ਮੇਰੇ ਬਹੁਤ ਹੀ ਅਜ਼ੀਜ਼ ਵਿਦਿਆਰਥੀਓ, ਅੱਜ ਦੇ ਇਸ ਸੈਸ਼ਨ ਵਿੱਚ ਮੈਂ ਆਪ ਸਭ ਲਈ 10ਵੀਂ ਜਮਾਤ ਦੇ ਸਮਾਜਿਕ ਸਿੱਖਿਆ ਦੇ ਨਾਗਰਿਕ ਸ਼ਾਸਤਰ ਦੇ ਪਾਠ 11 ਕੇਂਦਰੀ ਸਰਕਾਰ ਦਾ ਭਾਗ 1 ਲੈ ਕੇ ਹਾਜ਼ਰ ਹੋਇਆ ਹਾਂ। ਮੈਂ ਹਾਂ ਤੁਹਾਡਾ ਆਪਣਾ ਦਵਿੰਦਰ ਸ਼ਰਮਾ, ਸਮਾਜਿਕ ਵਿਗਿਆਨ ਅਧਿਆਪਕ, ਜ਼ਿਲ੍ਹਾ ਕਪੂਰਥਲਾ ਤੋਂ। ਤਾਂ ਚਲੋ ਬੱਚਿਓ, ਸ਼ੁਰੂ ਕਰਦੇ ਹਾਂ ਅੱਜ ਦਾ ਇਹ ਸੈਸ਼ਨ, ਜਿਸ ਵਿੱਚ ਅਸੀਂ ਭਾਰਤ ਦੀ ਕੇਂਦਰੀ ਸਰਕਾਰ ਸੰਬੰਧੀ ਕੁਝ ਜਾਣਕਾਰੀਆਂ ਸਾਂਝੀਆਂ ਕਰਾਂਗੇ। ਬੱਚਿਓ, ਲਗਭਗ 300 ਸਾਲ ਪਹਿਲਾਂ ਦੁਨੀਆ ਦੇ ਬਹੁਤ ਸਾਰੇ ਦੇਸ਼ਾਂ ਵਿੱਚ ਆਮ ਤੌਰ ਤੇ ਰਾਜਤੰਤਰ ਸੀ। ਕਹਿਣ ਦਾ ਭਾਵ ਰਾਜਿਆਂ ਦਾ ਰਾਜ ਸੀ। ਬਹੁਤ ਸਾਰੇ ਦੇਸ਼ਾਂ ਦੇ ਲੋਕਾਂ ਨੇ ਇਹ ਸੁਨਿਸ਼ਚਿਤ ਕਰਨ ਲਈ ਸਾਲਾਂ ਤੋਂ ਸੰਘਰਸ਼ ਕੀਤਾ ਕਿ ਜਮਹੂਰੀ ਪ੍ਰਣਾਲੀ ਨੇ ਬਹੁਤੇ ਦੇਸ਼ਾਂ ਦੇ ਰਾਜਸ਼ਾਹੀ ਨੂੰ ਤਬਦੀਲ ਕਰ ਦਿੱਤਾ ਹੈ। ਭਾਰਤ ਦੇ ਮਾਮਲੇ ਵਿੱਚ ਵਿਦੇਸ਼ੀ ਸ਼ਾਸਨ ਨੂੰ ਬਾਹਰ ਕੱਢਣ ਲਈ ਲੰਮੇ ਸਮੇਂ ਤੋਂ ਸੰਘਰਸ਼ ਚੱਲ ਰਿਹਾ ਸੀ ਅਤੇ ਇੱਕ ਵਾਰ ਭਾਰਤ ਵਿੱਚ ਵਿਦੇਸ਼ੀ ਸ਼ਾਸਨ ਖਤਮ ਹੋਣ ਤੋਂ ਬਾਅਦ ਇਸ ਨੇ ਲੋਕਤੰਤਰੀ ਸਰਕਾਰ ਦਾ ਰਾਹ ਪੱਧਰਾ ਕਰ ਦਿੱਤਾ ਅਤੇ ਆਜ਼ਾਦੀ ਤੋਂ ਬਾਅਦ 26 ਜਨਵਰੀ 1950 ਨੂੰ ਭਾਰਤ ਵਿੱਚ ਸੰਵਿਧਾਨ ਦਾ ਰਾਜ ਲਾਗੂ ਕਰ ਦਿੱਤਾ, ਜਿਸ ਦੇ ਅਨੁਸਾਰ ਹੀ ਅਸੀਂ ਅੱਜ ਕੇਂਦਰੀ ਸਰਕਾਰ ਬਾਰੇ ਕੁਝ ਜਾਣਕਾਰੀਆਂ ਸਾਂਝੀਆਂ ਕਰਾਂਗੇ। ਭਾਰਤ ਦੀ ਰਾਜਨੀਤੀ ਦੇਸ਼ ਦੇ ਸੰਵਿਧਾਨ ਦੇ ਢਾਂਚੇ ਦੇ ਅੰਦਰ ਕੰਮ ਕਰਦੀ ਹੈ ਅਤੇ ਇਸੇ ਅਧੀਨ ਭਾਰਤ ਵਿੱਚ ਲੋਕਤੰਤਰੀ ਸੰਸਦੀ ਸ਼ਾਸਨ ਪ੍ਰਣਾਲੀ ਦੀ ਸਥਾਪਨਾ ਕੀਤੀ ਗਈ ਹੈ। ਭਾਰਤ ਦੀ ਕੇਂਦਰੀ ਸਰਕਾਰ ਦੇ 3 ਮੁੱਖ ਅੰਗ ਹੇਠ ਲਿਖੇ ਹਨ। ਕਿਹੜੇ-ਕਿਹੜੇ ਹਨ? ਚਲੋ ਬੱਚਿਓ ਦੇਖਦੇ ਹਾਂ। ਪਹਿਲੇ ਨੰਬਰ ਤੇ ਹੈ ਵਿਧਾਨ ਪਾਲਿਕਾ, ਜਿਸ ਵਿੱਚ ਸੰਸਦ ਦੀ ਗੱਲ ਕਰਾਂਗੇ, ਜਿਸ ਵਿੱਚ ਲੋਕ ਸਭਾ ਅਤੇ ਰਾਜ ਸਭਾ ਦੋਵੇਂ ਸ਼ਾਮਲ ਹਨ। ਇਸ ਤੋਂ ਹੈ ਬਾਅਦ ਬੱਚਿਓ ਕਾਰਜਪਾਲਿਕਾ, ਜਿਸ ਵਿੱਚ ਰਾਸ਼ਟਰਪਤੀ, ਪ੍ਰਧਾਨ ਮੰਤਰੀ ਅਤੇ ਪ੍ਰਧਾਨ ਮੰਤਰੀ ਦਾ ਮੰਤਰੀ ਪ੍ਰੀਸ਼ਦ ਹੁੰਦਾ ਹੈ। ਅਤੇ ਤੀਸਰੇ ਨੰਬਰ ਤੇ ਹੈ ਬੱਚਿਓ ਨਿਆਂਪਾਲਿਕਾ, ਜਿਸ ਵਿੱਚ ਸਰਵਉੱਚ ਅਦਾਲਤ ਜਾਂ ਸੁਪਰੀਮ ਕੋਰਟ ਹੁੰਦੀ ਹੈ। ਵਿਦਿਆਰਥੀਓ, ਭਾਰਤ ਵਿੱਚ ਮੰਤਰੀ ਪ੍ਰੀਸ਼ਦ, ਜਿਸ ਨੂੰ ਕਿ ਕਾਰਜਪਾਲਿਕਾ ਕਿਹਾ ਜਾਂਦਾ ਹੈ, ਲੋਕ ਸਭਾ ਪ੍ਰਤੀ ਆਪਣੀਆਂ ਨੀਤੀਆਂ, ਆਪਣੇ ਕੰਮਾਂ ਅਤੇ ਕਾਰਜਕ੍ਰਮਾਂ ਲਈ ਜ਼ਿੰਮੇਵਾਰ ਹੁੰਦਾ ਹੈ। ਦੇਸ਼ ਦਾ ਪ੍ਰਧਾਨ ਰਾਸ਼ਟਰਪਤੀ ਦੇਸ਼ ਦਾ ਨਾਮ ਮਾਤਰ ਕਾਰਜਪਾਲਿਕਾ ਮੁਖੀ ਹੁੰਦਾ ਹੈ, ਪਰੰਤੂ ਅਸਲੀ ਕਾਰਜਪਾਲਿਕਾ ਸ਼ਕਤੀਆਂ ਪ੍ਰਧਾਨ ਮੰਤਰੀ ਅਤੇ ਉਸ ਦੇ ਮੰਤਰੀ ਪ੍ਰੀਸ਼ਦ ਦੇ ਕੋਲ ਹੁੰਦੀਆਂ ਹਨ। ਇਸ ਤੋਂ ਬਾਅਦ ਬੱਚਿਓ ਹੁਣ ਅਸੀਂ ਸੰਘੀ ਵਿਧਾਨ ਪਾਲਿਕਾ ਜਾਂ ਸੰਸਦ ਦੀ ਗੱਲ ਕਰਦੇ ਹਾਂ। ਇਸ ਵਿੱਚ ਸਭ ਤੋਂ ਪਹਿਲਾਂ ਅਸੀਂ ਸੰਸਦ ਦਾ ਜੋ ਸੰਗਠਨ ਹੈ ਉਸ ਸੰਬੰਧੀ ਪੜ੍ਹਦੇ ਹਾਂ। ਬੱਚਿਓ, ਭਾਰਤ ਦੇ ਸੰਸਦ ਦੇ 2 ਸਦਨ ਹਨ। ਨੰਬਰ 1 ਲੋਕ ਸਭਾ ਤੇ ਨੰਬਰ 2 ਰਾਜ ਸਭਾ। ਅਤੇ ਬੱਚਿਓ, ਇੱਕ ਇੰਪੋਰਟੈਂਟ ਪੁਆਇੰਟ ਇੱਥੇ ਹੋਰ ਨੋਟ ਕਰਨ ਵਾਲਾ ਹੈ ਕਿ ਲੋਕ ਸਭਾ ਨੂੰ ਹੇਠਲਾ ਅਤੇ ਰਾਜ ਸਭਾ ਨੂੰ ਉੱਪਰਲਾ ਸਦਨ ਕਿਹਾ ਜਾਂਦਾ ਹੈ। ਬੱਚਿਓ, ਮੈਂ ਰਿਪੀਟ ਕਰਨ ਲੱਗਾ ਹਾਂ ਕਿ ਲੋਕ ਸਭਾ ਨੂੰ ਹੇਠਲਾ ਅਤੇ ਰਾਜ ਸਭਾ ਨੂੰ ਉੱਪਰਲਾ ਸਦਨ ਕਿਹਾ ਜਾਂਦਾ ਹੈ। ਚਲੋ ਬੱਚਿਓ, ਹੁਣ ਅਸੀਂ ਸਭ ਤੋਂ ਪਹਿਲਾਂ ਲੋਕ ਸਭਾ ਦੀ ਗੱਲ ਕਰਦੇ ਹਾਂ। ਇਸ ਵਿੱਚ ਅਸੀਂ ਲੋਕ ਸਭਾ ਦੀ ਬਣਤਰ ਤੋਂ ਸ਼ੁਰੂ ਕਰਦੇ ਹਾਂ। ਬੱਚਿਓ, ਲੋਕ ਸਭਾ ਦੇ ਵੱਧ ਤੋਂ ਵੱਧ 550 ਮੈਂਬਰ ਹੋ ਸਕਦੇ ਸਨ, ਪਰੰਤੂ 1973 ਦੇ ਵਿੱਚ ਸੰਵਿਧਾਨ ਦੇ ਵਿੱਚ 31ਵੀਂ ਸੋਧ ਕਰਕੇ ਇਹ ਸੰਖਿਆ 545 ਕਰ ਦਿੱਤੀ ਗਈ। ਅਤੇ ਬੱਚਿਓ, ਜੇਕਰ ਮੈਂ ਅੱਜ ਦੀ ਤਰੀਕ ਦੀ ਗੱਲ ਕਰਾਂ ਤਾਂ ਭਾਰਤ ਦੇ ਵਿੱਚ 524 ਮੈਂਬਰ ਭਾਰਤ ਦੇ ਵੱਖ-ਵੱਖ 28 ਰਾਜਾਂ ਦੇ ਅਤੇ 19 ਮੈਂਬਰ ਭਾਰਤ ਦੇ 8 ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਲੋਕਾਂ ਦੀ ਪ੍ਰਤੀਨਿਧਤਾ ਕਰਦੇ ਹਨ। ਅਤੇ ਰਾਸ਼ਟਰਪਤੀ ਲੋਕ ਸਭਾ ਵਿੱਚ 2 ਐਂਗਲੋ ਇੰਡੀਅਨ ਮੈਂਬਰਸ ਨਾਮਜ਼ਦ ਕਰ ਸਕਦਾ ਹੈ। ਅਤੇ ਲੋਕ ਸਭਾ ਦਾ ਕਾਰਜਕਾਲ ਬੱਚਿਓ 5 ਸਾਲ ਦਾ ਹੁੰਦਾ ਹੈ। ਸੋ ਇੱਕ ਵਾਰੀ ਫਿਰ ਭਾਰਤ ਦੇ ਵਿੱਚ 545 ਲੋਕ ਸਭਾ ਦੇ ਮੈਂਬਰ ਹਨ, ਜਿਨ੍ਹਾਂ ਵਿੱਚ 524 ਮੈਂਬਰ ਭਾਰਤ ਦੇ 28 ਰਾਜਾਂ ਦੇ ਅਤੇ 19 ਮੈਂਬਰ ਭਾਰਤ ਦੀਆਂ 8 ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਲੋਕਾਂ ਦੀ ਪ੍ਰਤੀਨਿਧਤਾ ਕਰਦੇ ਹਨ। ਅਤੇ ਲੋਕ ਸਭਾ ਦਾ ਕਾਰਜਕਾਲ 5 ਸਾਲ ਦਾ ਹੁੰਦਾ ਹੈ, ਜਿਸ ਨੂੰ ਸਮੇਂ ਤੋਂ ਪਹਿਲਾਂ ਵੀ ਰਾਸ਼ਟਰਪਤੀ ਮੰਤਰੀ ਪ੍ਰੀਸ਼ਦ ਦੀ ਸਿਫਾਰਿਸ਼ ਤੇ ਭੰਗ ਕਰ ਸਕਦਾ ਹੈ।
ਅਤੇ ਸੰਕਟਕਾਲੀਨ ਸਮੇਂ ਦੌਰਾਨ ਐਮਰਜੈਂਸੀ ਦੇ ਦੌਰਾਨ ਲੋਕ ਸਭਾ ਦਾ ਕਾਰਜਕਾਲ ਇੱਕ ਸਮੇਂ ਵਿੱਚ ਸੰਸਦ ਦੁਆਰਾ 1 ਸਾਲ ਲਈ ਵਧਾਇਆ ਵੀ ਜਾ ਸਕਦਾ ਹੈ। ਲੋਕ ਸਭਾ ਦੇ ਮੈਂਬਰਾਂ ਦੀ ਤਨਖਾਹ, ਭੱਤੇ ਅਤੇ ਸਹੂਲਤਾਂ ਸੰਸਦ ਸਮੇਂ-ਸਮੇਂ ਤੇ ਨਿਸ਼ਚਿਤ ਕਰਦੀ ਰਹਿੰਦੀ ਹੈ। ਲੋਕ ਸਭਾ ਵਿੱਚ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਮੈਂਬਰਾਂ ਦੀ ਸੰਖਿਆ ਵਰਤਮਾਨ ਸਮੇਂ ਵਿੱਚ ਕਿੰਨੀ ਹੈ? ਚਲੋ ਬੱਚਿਓ, ਹੁਣ ਇਸ ਨੂੰ ਅਸੀਂ ਇੱਕ ਨਕਸ਼ੇ ਦੀ ਮਦਦ ਦੇ ਨਾਲ ਦੇਖਦੇ ਹਾਂ। ਲਓ ਬੱਚਿਓ, ਇਹ ਹੈ ਭਾਰਤ ਦਾ ਨਕਸ਼ਾ। ਹੁਣ ਅਸੀਂ ਇਸ ਵਿੱਚ ਲੋਕ ਸਭਾ ਦੀਆਂ ਸੀਟਾਂ ਦੀ ਗਿਣਤੀ ਇੱਕ ਰਾਜ ਜਾਂ ਕੇਂਦਰ ਸ਼ਾਸਿਤ ਪ੍ਰਦੇਸ਼ ਦੇ ਹਿਸਾਬ ਨਾਲ ਦੇਖਦੇ ਹਾਂ। ਸੋ ਸਭ ਤੋਂ ਪਹਿਲਾਂ ਹੈ ਬੱਚਿਓ ਲਦਾਖ। ਇਸ ਵਿੱਚ ਕੁੱਲ 1 ਸੀਟ ਲੋਕ ਸਭਾ ਦੀ ਹੈ। ਇਸ ਤੋਂ ਬਾਅਦ ਜੰਮੂ ਕਸ਼ਮੀਰ ਹੈ, ਇਸ ਵਿੱਚ ਵੀ 5 ਸੀਟਾਂ ਹਨ ਅਤੇ ਬੱਚਿਓ ਇਹ ਦੋਵੇਂ ਕੇਂਦਰ ਸ਼ਾਸਿਤ ਪ੍ਰਦੇਸ਼ ਹਨ। ਇਸ ਤੋਂ ਬਾਅਦ ਬੱਚਿਓ ਹਿਮਾਚਲ ਪ੍ਰਦੇਸ਼ ਵਿੱਚ 4 ਸੀਟਾਂ, ਪੰਜਾਬ ਵਿੱਚ 13 ਸੀਟਾਂ, ਉੱਤਰਾਖੰਡ ਵਿੱਚ 5 ਸੀਟਾਂ, ਹਰਿਆਣੇ ਵਿੱਚ 10 ਸੀਟਾਂ ਅਤੇ ਭਾਰਤ ਦੇ ਖੇਤਰਫਲ ਦੇ ਹਿਸਾਬ ਨਾਲ ਸਭ ਤੋਂ ਵੱਡੇ ਰਾਜ ਰਾਜਸਥਾਨ ਵਿੱਚ ਲੋਕ ਸਭਾ ਦੀਆਂ ਕੁੱਲ 25 ਸੀਟਾਂ ਹਨ। ਭਾਰਤ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਦਾ ਗ੍ਰਹਿ ਰਾਜ ਗੁਜਰਾਤ, ਉਸ ਵਿੱਚ ਕੁੱਲ 26 ਸੀਟਾਂ ਹਨ। ਇਸ ਤੋਂ ਬਾਅਦ ਬੱਚਿਓ ਮੱਧ ਪ੍ਰਦੇਸ਼ ਦੇ ਵਿੱਚ ਕੁੱਲ 29 ਸੀਟਾਂ ਹਨ, ਮਹਾਰਾਸ਼ਟਰ ਦੇ ਵਿੱਚ 48 ਸੀਟਾਂ ਹਨ ਅਤੇ ਭਾਰਤ ਦਾ ਖੇਤਰਫਲ ਦੇ ਹਿਸਾਬ ਨਾਲ ਸਭ ਤੋਂ ਛੋਟਾ ਰਾਜ ਗੋਆ, ਉਸ ਵਿੱਚ ਸਿਰਫ 2 ਸੀਟਾਂ ਹਨ। ਕਰਨਾਟਕ ਵਿੱਚ 28 ਸੀਟਾਂ ਹਨ, ਕੇਰਲ ਵਿੱਚ 20 ਸੀਟਾਂ ਹਨ ਅਤੇ ਕੇਰਲ ਭਾਰਤ ਦਾ ਸਭ ਤੋਂ ਵੱਧ ਸਾਖਰ ਰਾਜ ਹੈ। ਇਸ ਤੋਂ ਬਾਅਦ ਤਾਮਿਲਨਾਡੂ ਵਿੱਚ 39 ਸੀਟਾਂ, ਆਂਧਰਾ ਪ੍ਰਦੇਸ਼ ਵਿੱਚ 25 ਸੀਟਾਂ ਅਤੇ ਤੇਲੰਗਾਨਾ ਵਿੱਚ 17 ਸੀਟਾਂ ਹਨ। ਉੜੀਸਾ ਵਿੱਚ 21 ਸੀਟਾਂ, ਛੱਤੀਸਗੜ੍ਹ ਵਿੱਚ 11 ਸੀਟਾਂ, ਪੱਛਮੀ ਬੰਗਾਲ ਵਿੱਚ 42 ਸੀਟਾਂ ਅਤੇ ਝਾਰਖੰਡ ਵਿੱਚ 14 ਸੀਟਾਂ ਹਨ। ਹੁਣ ਬੱਚਿਓ ਅਸੀਂ ਭਾਰਤ ਦੇ ਸਭ ਤੋਂ ਵੱਧ ਆਬਾਦੀ ਵਾਲੇ ਰਾਜ ਉੱਤਰ ਪ੍ਰਦੇਸ਼ ਦੀ ਗੱਲ ਕਰਨ ਜਾ ਰਹੇ ਹਾਂ। ਇਸ ਵਿੱਚ ਕੁੱਲ 80 ਸੀਟਾਂ ਹਨ ਅਤੇ ਬੱਚਿਓ ਇਹ ਭਾਰਤ ਵਿੱਚ ਸਭ ਤੋਂ ਵੱਧ ਸੀਟਾਂ ਵਾਲਾ ਰਾਜ ਹੈ ਅਤੇ ਆਜ਼ਾਦੀ ਤੋਂ ਬਾਅਦ ਅੱਜ ਤੱਕ ਤਕਰੀਬਨ ਕੇਂਦਰ ਵਿੱਚ ਕਿਸ ਦੀ ਸਰਕਾਰ ਬਣੇਗੀ ਉਹ ਉੱਤਰ ਪ੍ਰਦੇਸ਼ ਹੀ ਨਿਰਧਾਰਿਤ ਕਰਦਾ ਹੈ। ਲਓ ਬੱਚਿਓ, ਬਿਹਾਰ ਦੇ ਵਿੱਚ 40 ਸੀਟਾਂ ਹਨ, ਸਿੱਕਮ ਦੇ ਵਿੱਚ 1 ਸੀਟ ਹੈ, ਅਰੁਣਾਚਲ ਪ੍ਰਦੇਸ਼ ਵਿੱਚ 2 ਸੀਟਾਂ, ਅਸਾਮ ਵਿੱਚ 14 ਸੀਟਾਂ, ਮੇਘਾਲਿਆ ਦੇ ਵਿੱਚ 2 ਸੀਟਾਂ, ਨਾਗਾਲੈਂਡ ਵਿੱਚ 1 ਸੀਟ, ਮਣੀਪੁਰ ਵਿੱਚ 2 ਸੀਟਾਂ, ਮਿਜ਼ੋਰਮ ਵਿੱਚ 1 ਅਤੇ ਤ੍ਰਿਪੁਰਾ ਦੇ ਵਿੱਚ 2 ਸੀਟਾਂ ਹਨ। ਸੋ ਬੱਚਿਓ ਇਹ ਸੀ ਭਾਰਤ ਦੇ ਕੁੱਲ 28 ਰਾਜ ਅਤੇ ਸਭ ਤੋਂ ਉੱਪਰ ਜੰਮੂ ਕਸ਼ਮੀਰ ਅਤੇ ਲਦਾਖ, ਜੋ ਕਿ 31 ਅਕਤੂਬਰ 2019 ਤੋਂ ਕੇਂਦਰ ਸ਼ਾਸਿਤ ਪ੍ਰਦੇਸ਼ ਬਣੇ ਹਨ। ਅਸੀਂ ਉਹਨਾਂ ਬਾਰੇ ਵੀ ਜਾਣਕਾਰੀ ਪ੍ਰਾਪਤ ਕਰ ਲਈ ਹੈ। ਹੁਣ ਅਸੀਂ ਭਾਰਤ ਦੀਆਂ ਕੁਝ ਯੂਟੀਜ਼ ਜੋ ਹਨ, ਕੇਂਦਰ ਸ਼ਾਸਿਤ ਪ੍ਰਦੇਸ਼ ਹਨ, ਉਹਨਾਂ ਦੀ ਗੱਲ ਕਰਦੇ ਹਾਂ। ਸੋ ਸਭ ਤੋਂ ਪਹਿਲਾਂ ਅਸੀਂ ਦਿੱਲੀ ਦੀ ਗੱਲ ਕਰਦੇ ਹਾਂ। ਦਿੱਲੀ ਦੇ ਵਿੱਚ ਬੱਚਿਓ 7 ਲੋਕ ਸਭਾ ਦੀਆਂ ਸੀਟਾਂ ਹਨ। ਇਸ ਤੋਂ ਬਾਅਦ ਹੈ ਚੰਡੀਗੜ੍ਹ, ਚੰਡੀਗੜ੍ਹ ਵਿੱਚ 1 ਸੀਟ ਹੈ। ਹੁਣੇ 26 ਜਨਵਰੀ 2020 ਨੂੰ ਦਿਊ ਅਤੇ ਦਮਨ, ਦਾਦਰਾ ਅਤੇ ਨਗਰ ਹਵੇਲੀ, ਇਹਨਾਂ ਦੋਨਾਂ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਇੱਕ ਕਰ ਦਿੱਤਾ ਗਿਆ ਹੈ। ਇਸ ਵਿੱਚ ਬੱਚਿਓ 2 ਸੀਟਾਂ ਹਨ। ਲਕਸ਼ਦੀਪ ਵਿੱਚ ਬੱਚਿਓ 1 ਸੀਟ ਹੈ, ਪੁਡੂਚੇਰੀ ਵਿੱਚ ਵੀ ਵਿਦਿਆਰਥੀਓ 1 ਸੀਟ ਹੈ ਅਤੇ ਅੰਡੇਮਾਨ ਅਤੇ ਨਿਕੋਬਾਰ ਦੀ ਸਮੂਹ ਵਿੱਚ ਵੀ 1 ਸੀਟ ਹੈ। ਸੋ ਬੱਚਿਓ ਇਹ ਹਨ ਭਾਰਤ ਦੀਆਂ ਕੁੱਲ ਲੋਕ ਸਭਾ ਸੀਟਾਂ ਦੀ ਗਿਣਤੀ, ਜੋ ਕਿ ਅਸੀਂ ਪੜ੍ਹ ਚੁੱਕੇ ਹਾਂ। ਲੋ ਵਿਦਿਆਰਥੀਓ, ਇਸ ਨੂੰ ਅਸੀਂ ਇਸ ਤਰ੍ਹਾਂ ਵੀ ਦੇਖ ਸਕਦੇ ਹਾਂ ਕਿ ਭਾਰਤ ਵਿੱਚ ਕੁੱਲ 545 ਲੋਕ ਸਭਾ ਦੇ ਮੈਂਬਰ ਹਨ। ਸੋ ਰਾਜਾਂ ਦੇ ਮੈਂਬਰਾਂ ਦੀ ਗਿਣਤੀ 524 ਹੈ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਮੈਂਬਰਾਂ ਦੀ ਗਿਣਤੀ 19 ਹੈ। ਸੋ ਬੱਚਿਓ ਇਹ ਕੁੱਲ ਮੈਂਬਰ 543 ਬਣ ਜਾਂਦੇ ਹਨ। ਹੁਣ 2 ਮੈਂਬਰ ਰਹਿ ਗਏ। ਸੋ ਆਪਾਂ ਪਹਿਲਾਂ ਵੀ ਪੜ੍ਹ ਚੁੱਕੇ ਹਾਂ ਕਿ ਭਾਰਤ ਦੇ ਰਾਸ਼ਟਰਪਤੀ 2 ਐਂਗਲੋ ਇੰਡੀਅਨ ਮੈਂਬਰਸ ਨੂੰ ਨਾਮਜ਼ਦ ਕਰ ਸਕਦੇ ਹਨ। ਸੋ ਇਸ ਤਰ੍ਹਾਂ ਭਾਰਤ ਵਿੱਚ ਲੋਕ ਸਭਾ ਦੇ ਮੈਂਬਰਾਂ ਦੀ ਗਿਣਤੀ 545 ਹੋ ਜਾਂਦੀ ਹੈ। ਇਸ ਤੋਂ ਬਾਅਦ ਬੱਚਿਓ ਹੁਣ ਅਸੀਂ ਲੋਕ ਸਭਾ ਦੇ ਮੈਂਬਰ ਬਣਨ ਲਈ ਸ਼ਰਤਾਂ ਵੀ ਹਨ
ਕਿਹੜੀਆਂ-ਕਿਹੜੀਆਂ ਹਨ ਅਸੀਂ ਉਹਨਾਂ ਨੂੰ ਵੀ ਜਾਣਦੇ ਹਾਂ। ਸੋ ਕਿਹੜੀਆਂ-ਕਿਹੜੀਆਂ ਸ਼ਰਤਾਂ ਹਨ ਕਿ ਲੋਕ ਸਭਾ ਦਾ ਮੈਂਬਰ ਬਣਨ ਲਈ ਸਭ ਤੋਂ ਪਹਿਲੀ ਸ਼ਰਤ ਹੈ ਕਿ ਉਮੀਦਵਾਰ ਭਾਰਤ ਦਾ ਨਾਗਰਿਕ ਹੋਵੇ, ਇੰਡੀਅਨ ਸਿਟੀਜ਼ਨਸ਼ਿਪ ਹੋਵੇ ਉਸ ਕੋਲ। 2 ਨੰਬਰ ਤੇ ਹੈ ਵਿਦਿਆਰਥੀਓ, ਉਸ ਦੀ ਉਮਰ 25 ਸਾਲ ਜਾਂ ਇਸ ਤੋਂ ਵੱਧ ਹੋਵੇ। ਉਸ ਤੋਂ ਬਾਅਦ ਬੱਚਿਓ ਉਹ ਕੋਈ ਸਰਕਾਰੀ ਨੌਕਰੀ ਨਾ ਕਰ ਰਿਹਾ ਹੋਵੇ ਅਤੇ ਉਸ ਤੋਂ ਬਾਅਦ ਬੱਚਿਓ ਉਸ ਨੂੰ ਕਦੀ ਵੀ ਭਾਰਤ ਦੀ ਨਾਗਰਿਕਤਾ ਤੋਂ ਵਾਂਝਿਆ ਨਾ ਕੀਤਾ ਗਿਆ ਹੋਵੇ, ਉਹ ਭਾਰਤ ਦਾ ਨਾਗਰਿਕ ਹੋਵੇ। ਅਤੇ ਲਾਸਟ ਵਿੱਚ ਬੱਚਿਓ ਉਹ ਪਾਗਲ ਜਾਂ ਦਿਵਾਲੀਆ ਨਾ ਹੋਇਆ ਹੋਵੇ ਜਾਂ ਅਦਾਲਤ ਦੁਆਰਾ ਇਸ ਪਦਵੀ ਲਈ ਅਯੋਗ ਕਰਾਰ ਨਾ ਹੋਇਆ ਹੋਵੇ। ਲੋ ਬੱਚਿਓ, ਇਸ ਤਸਵੀਰ ਨੂੰ ਦੇਖ ਕੇ ਤੁਸੀਂ ਸਮਝ ਹੀ ਗਏ ਹੋਗੇ ਕਿ ਹੁਣ ਅਸੀਂ ਕਿਸ ਵਿਸ਼ੇ ਤੇ ਜਾ ਰਹੇ ਹਾਂ। ਇਹ ਹਨ ਸ਼੍ਰੀ ਓਮ ਬਿਰਲਾ ਜੀ। ਔਰ ਬੱਚਿਓ ਹੁਣ ਅਸੀਂ ਭਾਰਤ ਦੇ ਸਪੀਕਰ ਸੰਬੰਧੀ ਕੁਝ ਜਾਣਕਾਰੀ ਪੜ੍ਹਨ ਜਾ ਰਹੇ ਹਾਂ। ਬੱਚਿਓ ਜਦੋਂ ਚੋਣਾਂ ਹੋ ਜਾਂਦੀਆਂ ਹਨ ਤਾਂ ਚੋਣਾਂ ਤੋਂ ਬਾਅਦ ਨਵੀਂ ਲੋਕ ਸਭਾ ਆਪਣੇ ਹੀ ਮੈਂਬਰਾਂ ਵਿੱਚੋਂ ਕਿਸੇ ਇੱਕ ਮੈਂਬਰ ਨੂੰ ਸਪੀਕਰ ਅਤੇ ਇੱਕ ਮੈਂਬਰ ਨੂੰ ਡਿਪਟੀ ਸਪੀਕਰ ਚੁਣਦੀ ਹੈ। ਸਪੀਕਰ ਲੋਕ ਸਭਾ ਦੀਆਂ ਬੈਠਕਾਂ ਦੀ ਪ੍ਰਧਾਨਗੀ ਅਤੇ ਇਸ ਸਦਨ ਦੀ ਕਾਰਵਾਈ ਦਾ ਸੰਚਾਲਨ ਵੀ ਕਰਦਾ ਹੈ। ਸਾਰੇ ਮੈਂਬਰ ਸਪੀਕਰ ਦੇ ਆਦੇਸ਼ਾਂ ਦੀ ਪਾਲਣਾ ਕਰਦੇ ਹਨ ਅਤੇ ਬੱਚਿਓ ਆਮ ਤੌਰ ਤੇ ਜਿਹੜਾ ਸਪੀਕਰ ਹੁੰਦਾ ਹੈ ਉਹ ਜਿਸ ਵੀ ਦਲ ਦਾ ਬਹੁਮਤ ਹੈ ਉਸ ਵਿੱਚੋਂ ਹੀ ਚੁਣਿਆ ਜਾਂਦਾ ਹੈ, ਪਰ ਚੁਣੇ ਜਾਣ ਮਗਰੋਂ ਉਹ ਸਦਨ ਦੀ ਕਾਰਵਾਈ ਨੂੰ ਪੂਰੀ ਨਿਰਪੱਖਤਾ ਦੇ ਨਾਲ ਚਲਾਉਣ ਦਾ ਯਤਨ ਕਰਦਾ ਹੈ। ਸਦਨ ਦੇ ਹਰੇਕ ਮੈਂਬਰ ਨੂੰ ਸਦਨ ਦੇ ਸੈਸ਼ਨ ਸਮੇਂ ਬੋਲਣ ਲਈ ਸਪੀਕਰ ਦੀ ਆਗਿਆ ਲੈਣੀ ਪੈਂਦੀ ਹੈ ਤੇ ਸਦਨ ਦੀ ਕਾਰਵਾਈ ਦਾ ਸੰਚਾਲਨ ਉਸ ਦੇ ਫੈਸਲਿਆਂ ਅਨੁਸਾਰ ਹੀ ਕੀਤਾ ਜਾਂਦਾ ਹੈ। ਅਤੇ ਬੱਚਿਓ ਜਦੋਂ ਸਪੀਕਰ ਦੀ ਗੈਰ ਹਾਜ਼ਰੀ ਹੁੰਦੀ ਹੈ ਜਾਂ ਉਹ ਗੈਰ ਹਾਜ਼ਰ ਹੁੰਦਾ ਹੈ ਤਾਂ ਡਿਪਟੀ ਸਪੀਕਰ ਉਸ ਦੇ ਸਾਰੇ ਕਾਰਜ ਕਰਦਾ ਹੈ ਅਤੇ ਅਜਿਹਾ ਕਰਨ ਸਮੇਂ ਡਿਪਟੀ ਸਪੀਕਰ ਨੂੰ ਸਪੀਕਰ ਦੀਆਂ ਸਾਰੀਆਂ ਸ਼ਕਤੀਆਂ ਪ੍ਰਾਪਤ ਹੁੰਦੀਆਂ ਹਨ। ਹੁਣ ਬੱਚਿਓ ਅਸੀਂ ਰਾਜ ਸਭਾ ਦੀ ਗੱਲ ਕਰਦੇ ਹਾਂ, ਕਿਉਂਕਿ ਲੋਕ ਸਭਾ ਨੂੰ ਅਸੀਂ ਪੜ੍ਹ ਆਏ ਹਾਂ, ਲੋਕ ਸਭਾ ਨੂੰ ਅਸੀਂ ਜਾਣ ਆਏ ਹਾਂ। ਹੁਣ ਅਸੀਂ ਰਾਜ ਸਭਾ ਦੀ ਗੱਲ ਕਰਦੇ ਹਾਂ ਤੇ ਇੱਥੇ ਬੱਚਿਓ ਅਸੀਂ ਕੀ ਦੇਖਦੇ ਹਾਂ ਕਿ ਇਹ ਸੰਸਦ ਦਾ ਉੱਪਰਲਾ ਸਦਨ ਜਾਂ ਦੂਜਾ ਸਦਨ ਹੁੰਦਾ ਹੈ। ਰਾਜ ਸਭਾ ਦੇ ਮੈਂਬਰ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੀਆਂ ਵਿਧਾਨ ਸਭਾਵਾਂ ਦੇ ਚੁਣੇ ਹੋਏ ਮੈਂਬਰਾਂ ਦੁਆਰਾ ਅਨੁਪਾਤਕ ਚੋਣ ਪ੍ਰਣਾਲੀ ਰਾਹੀਂ ਚੁਣੇ ਜਾਂਦੇ ਹਨ। ਬੱਚਿਓ ਇਹ ਸਿੱਧੇ ਜਾਂ ਪ੍ਰਤੱਖ ਰੂਪ ਵਿੱਚ ਨਹੀਂ ਚੁਣੇ ਜਾਂਦੇ, ਸਗੋਂ ਜਿਹੜੇ ਉਮੀਦਵਾਰ ਅਸੀਂ ਐਮਐਲਏ ਚੁਣਦੇ ਹਾਂ ਇਹ ਉਹਨਾਂ ਦੇ ਅਨੁਪਾਤਕ ਸਬੰਧ ਦੇ ਨਾਲ ਚੁਣੇ ਜਾਂਦੇ ਹਨ। ਇਸ ਪ੍ਰਕਾਰ ਰਾਜ ਸਭਾ ਦੇ ਮੈਂਬਰਾਂ ਦੀਆਂ ਚੋਣਾਂ ਅਪ੍ਰਤੱਖ ਢੰਗ ਨਾਲ ਹੁੰਦੀਆਂ ਹਨ, ਜਿਵੇਂ ਕਿ ਮੈਂ ਤੁਹਾਨੂੰ ਪਹਿਲਾਂ ਹੀ ਦੱਸ ਕੇ ਆਇਆ ਹਾਂ। ਅਤੇ ਬੱਚਿਓ ਰਾਜ ਸਭਾ ਦੇ ਵੱਧ ਤੋਂ ਵੱਧ 250 ਮੈਂਬਰ ਹੋ ਸਕਦੇ ਹਨ। ਇਨ੍ਹਾਂ ਵਿੱਚੋਂ 238 ਮੈਂਬਰ ਰਾਜਾਂ ਅਤੇ ਫਿਰ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੀ ਪ੍ਰਤੀਨਿਧਤਾ ਕਰਦੇ ਹਨ ਅਤੇ 12 ਮੈਂਬਰ ਰਾਸ਼ਟਰਪਤੀ ਦੁਆਰਾ ਨਾਮਜ਼ਦ ਕੀਤੇ ਜਾਂਦੇ ਹਨ। ਬੱਚਿਓ ਲੋਕ ਸਭਾ ਦੇ ਵਿੱਚ ਕਿੰਨੇ ਕੀਤੇ ਜਾਂਦੇ ਸੀ? ਸ਼ਾਬਾਸ਼, 2, ਪਰ ਇੱਥੇ 12 ਮੈਂਬਰ ਰਾਸ਼ਟਰਪਤੀ ਜੀ ਨਾਮਜ਼ਦ ਕਰ ਸਕਦੇ ਹਨ। ਉਹ ਕਿਹਨਾਂ ਨੂੰ ਕਰ ਸਕਦੇ ਹਨ? ਰਾਸ਼ਟਰਪਤੀ ਜੀ ਇਸ ਸਦਨ ਦੇ ਲਈ ਉਹਨਾਂ ਲੋਕਾਂ ਨੂੰ ਨਾਮਜ਼ਦ ਕਰ ਸਕਦੇ ਹਨ ਜਿਨ੍ਹਾਂ ਦਾ ਸਾਹਿਤ, ਕਲਾ ਜਾਂ ਸਮਾਜ ਸੇਵਾ ਦੇ ਖੇਤਰ ਵਿੱਚ ਉਹਨਾਂ ਦੀ ਕੋਈ ਪ੍ਰਸਿੱਧੀ ਹੋਵੇ, ਉਹ ਕੋਈ ਵਧੀਆ ਕੰਮ ਕਰਨ ਵਾਲੇ ਹੋਣ। ਰਾਸ਼ਟਰਪਤੀ ਜੀ ਉਹਨਾਂ 12 ਮੈਂਬਰਾਂ ਨੂੰ ਨਾਮਜ਼ਦ ਕਰਦੇ ਹਨ। ਇਸ ਤੋਂ ਬਾਅਦ ਬੱਚਿਓ ਰਾਜ ਸਭਾ ਇੱਕ ਸਥਾਈ ਸਦਨ ਹੈ। ਇਸ ਦੇ 1/3 ਮੈਂਬਰ ਹਰ 2 ਸਾਲਾਂ ਬਾਅਦ ਰਿਟਾਇਰ ਹੋ ਜਾਂਦੇ ਹਨ। ਇਸ ਪ੍ਰਕਾਰ ਰਾਜ ਸਭਾ ਦੇ ਮੈਂਬਰ ਦਾ ਕਾਰਜਕਾਲ 6 ਸਾਲ ਹੁੰਦਾ ਹੈ। ਰਾਜ ਸਭਾ ਦਾ ਮੈਂਬਰ ਬਣਨ ਲਈ ਹਰੇਕ ਨਾਗਰਿਕ ਨੂੰ 30 ਸਾਲ ਜਾਂ ਇਸ ਤੋਂ ਵੱਧ ਦੀ ਉਮਰ ਦਾ ਹੋਣਾ ਜ਼ਰੂਰੀ ਹੈ। ਜਿੱਥੇ ਬੱਚਿਓ ਲੋਕ ਸਭਾ ਲਈ ਇਹ ਸੀਮਾ 25 ਸਾਲ ਸੀ,
ਰਾਜ ਸਭਾ ਲਈ ਇਹ ਸੀਮਾ 30 ਸਾਲ ਜਾਂ ਇਸ ਤੋਂ ਵੱਧ ਹੈ। ਅਤੇ ਇਸ ਤੋਂ ਅੱਗੇ ਬੱਚਿਓ ਉਪ ਰਾਸ਼ਟਰਪਤੀ ਜੀ ਆਪਣੀ ਪਦਵੀ ਵਜੋਂ ਇਸ ਦਾ ਪ੍ਰਧਾਨ ਜਾਂ ਚੇਅਰਮੈਨ ਹੁੰਦਾ ਹੈ। ਸੋ ਇੱਥੇ ਇੱਕ ਗੱਲ ਹੋਰ ਨੋਟ ਕਰਨ ਵਾਲੀ ਹੈ ਕਿ ਭਾਰਤ ਦਾ ਉਪ ਰਾਸ਼ਟਰਪਤੀ ਰਾਜ ਸਭਾ ਦਾ ਚੇਅਰਮੈਨ ਹੁੰਦਾ ਹੈ। ਇਹ ਚੇਅਰਮੈਨ ਰਾਜ ਸਭਾ ਦੀ ਕਾਰਵਾਈ ਦਾ ਸੰਚਾਲਨ ਕਰਦਾ ਹੈ। ਰਾਜ ਸਭਾ ਆਪਣੇ ਹੀ ਮੈਂਬਰਾਂ ਵਿੱਚੋਂ ਇੱਕ ਨੂੰ ਉਪ ਪ੍ਰਧਾਨ ਜਾਂ ਡਿਪਟੀ ਚੇਅਰਮੈਨ ਵਜੋਂ ਚੁਣਦੀ ਹੈ, ਜੋ ਚੇਅਰਮੈਨ ਦੀ ਗੈਰ ਹਾਜ਼ਰੀ ਵਿੱਚ ਸਦਨ ਦੀ ਕਾਰਵਾਈ ਦਾ ਸੰਚਾਲਨ ਕਰਦਾ ਹੈ। ਅਜਿਹੀ ਸਥਿਤੀ ਵਿੱਚ ਬੱਚਿਓ ਡਿਪਟੀ ਚੇਅਰਮੈਨ ਨੂੰ ਪ੍ਰਧਾਨ ਜਾਂ ਚੇਅਰਮੈਨ ਦੀਆਂ ਸ਼ਕਤੀਆਂ ਪ੍ਰਾਪਤ ਹੁੰਦੀਆਂ ਹਨ। ਇਸ ਤਸਵੀਰ ਵਿੱਚ ਜੋ ਤੁਸੀਂ ਦੇਖ ਰਹੇ ਹੋ ਇਹ ਭਾਰਤ ਦੇ ਉਪ ਰਾਸ਼ਟਰਪਤੀ ਵੀ ਹਨ ਅਤੇ ਇਹ ਰਾਜ ਸਭਾ ਦੇ ਚੇਅਰਮੈਨ ਵੀ ਹਨ। ਇਹਨਾਂ ਦਾ ਨਾਮ ਜੇ ਮੈਂ ਗਲਤ ਨਹੀਂ ਤਾਂ ਵੈਂਕਈਆ ਨਾਇਡੂ ਹੈ। ਇਸ ਤੋਂ ਬਾਅਦ ਬੱਚਿਓ ਹੁਣ ਅਸੀਂ ਸੰਸਦ ਦੀਆਂ ਸ਼ਕਤੀਆਂ ਦੀ ਗੱਲ ਕਰਦੇ ਹਾਂ ਕਿ ਸੰਸਦ ਕੋਲ ਕਿਹੜੀਆਂ-ਕਿਹੜੀਆਂ ਸ਼ਕਤੀਆਂ ਹਨ। ਸੋ ਬੱਚਿਓ ਭਾਰਤੀ ਰਾਜਨੀਤਿਕ ਪ੍ਰਣਾਲੀ ਵਿੱਚ ਸੰਸਦ ਸਰਕਾਰ ਦਾ ਸਭ ਤੋਂ ਉੱਤਮ ਅੰਗ ਹੈ। ਸੰਸਦ ਨੂੰ ਸੰਵਿਧਾਨ ਦੇ ਵੱਖ-ਵੱਖ ਅਨੁਛੇਦਾਂ ਦੁਆਰਾ ਮਹੱਤਵਪੂਰਨ ਸ਼ਕਤੀਆਂ ਪ੍ਰਦਾਨ ਕੀਤੀਆਂ ਗਈਆਂ ਹਨ, ਜਿਨ੍ਹਾਂ ਦਾ ਬੱਚਿਓ ਵੇਰਵਾ ਆਪਾਂ ਅੱਗੇ ਪੜ੍ਹਦੇ ਹਾਂ। ਲਓ ਬੱਚਿਓ ਸਭ ਤੋਂ ਪਹਿਲਾਂ ਅਸੀਂ ਵਿਧਾਨਕ ਸ਼ਕਤੀਆਂ ਦੀ ਗੱਲ ਕਰਦੇ ਹਾਂ। ਸੰਸਦ ਸੰਘੀ ਅਤੇ ਸਮਵਰਤੀ ਸੂਚੀਆਂ ਵਿੱਚ ਅੰਕਿਤ ਵਿਸ਼ਿਆਂ ਉੱਤੇ ਕਾਨੂੰਨਾਂ ਦਾ ਨਿਰਮਾਣ ਕਰ ਸਕਦੀ ਹੈ। ਵਿਸ਼ੇਸ਼ ਹਾਲਤਾਂ ਵਿੱਚ ਸੰਵਿਧਾਨ ਅਨੁਸਾਰ ਰਾਜ ਸੂਚੀ ਵਿੱਚ ਅੰਕਿਤ ਵਿਸ਼ਿਆਂ ਤੇ ਵੀ ਸੰਸਦ ਕਾਨੂੰਨ ਬਣਾ ਸਕਦੀ ਹੈ। ਸੰਖੇਪ ਵਿੱਚ ਸੰਸਦ ਦੇਸ਼ ਲਈ ਨਵੇਂ ਕਾਨੂੰਨਾਂ ਦਾ ਨਿਰਮਾਣ ਅਤੇ ਪੁਰਾਣੇ ਕਾਨੂੰਨਾਂ ਵਿੱਚ ਸੋਧ ਜਾਂ ਉਸ ਨੂੰ ਖਤਮ ਵੀ ਕਰ ਸਕਦੀ ਹੈ। ਇਹ ਹਨ ਸੰਸਦ ਦੀਆਂ ਵਿਧਾਨਕ ਸ਼ਕਤੀਆਂ। ਇਸ ਤੋਂ ਬਾਅਦ ਹੁਣ ਅਸੀਂ ਸੰਸਦ ਦੀਆਂ ਕਾਰਜਕਾਰੀ ਸ਼ਕਤੀਆਂ ਦੀ ਗੱਲ ਕਰਨ ਜਾ ਰਹੇ ਹਾਂ। ਬੱਚਿਓ ਭਾਰਤੀ ਸੰਸਦ ਨੂੰ ਸੰਵਿਧਾਨ ਦੁਆਰਾ ਬਹੁਤ ਸਾਰੀਆਂ ਸ਼ਕਤੀਆਂ ਕਾਰਜਪਾਲਿਕਾ ਨੂੰ ਨਿਯੰਤਰਣ ਵਿੱਚ ਰੱਖਣ ਲਈ ਸੌਂਪੀਆਂ ਗਈਆਂ ਹਨ। ਪ੍ਰਧਾਨ ਮੰਤਰੀ ਅਤੇ ਉਹਨਾਂ ਦਾ ਮੰਤਰੀ ਪ੍ਰੀਸ਼ਦ ਸੰਸਦ ਦਾ ਮੈਂਬਰ ਹੋਣਾ ਜ਼ਰੂਰੀ ਹੈ। ਕਹਿਣ ਦਾ ਭਾਵ ਬੱਚਿਓ ਪ੍ਰਧਾਨ ਮੰਤਰੀ ਅਤੇ ਕੋਈ ਵੀ ਮੰਤਰੀ ਉਹ ਸੰਸਦ ਦਾ ਮੈਂਬਰ ਹੋਣਾ ਜ਼ਰੂਰੀ ਹੈ। ਅਤੇ ਜੇਕਰ ਕੋਈ ਮੰਤਰੀ ਸੰਸਦ ਦਾ ਕਿਸੇ ਤਰ੍ਹਾਂ ਦਾ ਵੀ ਮੈਂਬਰ ਨਹੀਂ ਹੈ ਤਾਂ ਬੱਚਿਓ ਉਸ ਨੂੰ 6 ਮਹੀਨਿਆਂ ਦੇ ਅੰਦਰ ਅੰਦਰ ਸੰਸਦ ਦਾ ਮੈਂਬਰ ਬਣਨਾ ਜ਼ਰੂਰੀ ਜਾਂ ਲਾਜ਼ਮੀ ਹੁੰਦਾ ਹੈ। ਅਤੇ ਜੇਕਰ ਕੋਈ ਮੰਤਰੀ ਸੰਸਦ ਦੇ ਕਿਸੇ ਵੀ ਸਦਨ ਦਾ ਮੈਂਬਰ ਬਣਨ ਵਿੱਚ ਅਸਮਰਥ ਹੁੰਦਾ ਹੈ ਤਾਂ ਉਸ ਨੂੰ ਆਪਣਾ ਤਿਆਗ ਪੱਤਰ ਦੇਣਾ ਪੈਂਦਾ ਹੈ। ਅਤੇ ਬੱਚਿਓ ਮੈਂ ਇੱਥੇ ਤੁਹਾਨੂੰ ਇੱਕ ਗੱਲ ਹੋਰ ਦੱਸ ਦਵਾਂ ਕਿ ਮੰਤਰੀ ਪ੍ਰੀਸ਼ਦ ਦਾ ਕੋਈ ਵੀ ਮੰਤਰੀ ਚਾਹੇ ਸਿੱਖਿਆ ਮੰਤਰੀ ਹੋਵੇ, ਚਾਹੇ ਖੇਡ ਮੰਤਰੀ ਹੋਵੇ, ਚਾਹੇ ਕੱਪੜਾ ਮੰਤਰੀ ਹੋਵੇ, ਕੋਈ ਵੀ ਮੰਤਰੀ ਹੋਵੇ ਉਸ ਨੂੰ ਰਾਜ ਸਭਾ ਜਾਂ ਲੋਕ ਸਭਾ ਦਾ ਦੋਨਾਂ ਵਿੱਚੋਂ ਕਿਸੇ ਇੱਕ ਦਾ ਸੰਸਦ ਹੋਣਾ ਜ਼ਰੂਰੀ ਹੁੰਦਾ ਹੈ। ਸਧਾਰਨ ਤੌਰ ਤੇ ਬੱਚਿਓ ਲੋਕ ਸਭਾ ਦੇ ਬਹੁਮਤ ਦਲ ਦੇ ਨੇਤਾ ਨੂੰ ਰਾਸ਼ਟਰਪਤੀ ਦੁਆਰਾ ਪ੍ਰਧਾਨ ਮੰਤਰੀ ਨਿਯੁਕਤ ਕੀਤਾ ਜਾਂਦਾ ਹੈ ਅਤੇ ਪ੍ਰਧਾਨ ਮੰਤਰੀ ਅਤੇ ਉਸ ਦੀ ਮੰਤਰੀ ਪ੍ਰੀਸ਼ਦ ਆਪਣੇ ਕਾਰਜਾਂ, ਨੀਤੀਆਂ ਅਤੇ ਫੈਸਲਿਆਂ ਲਈ ਲੋਕ ਸਭਾ ਪ੍ਰਤੀ ਪੂਰੀ ਜ਼ਿੰਮੇਵਾਰ ਹੁੰਦੀ ਹੈ। ਇਸ ਦਾ ਭਾਵ ਬੱਚਿਓ ਇਹ ਹੈ ਕਿ ਲੋਕ ਸਭਾ ਦੁਆਰਾ ਅਵਿਸ਼ਵਾਸ ਦਾ ਮਤਾ ਪਾਸ ਕਰਨ ਤੋਂ ਮੰਤਰੀ ਪ੍ਰੀਸ਼ਦ ਨੂੰ ਤਿਆਗ ਪੱਤਰ ਦੇਣਾ ਪੈਂਦਾ ਹੈ। ਬੱਚਿਓ ਜੇਕਰ ਸਰਕਾਰ ਅਲਪਮਤ ਵਿੱਚ ਆ ਜਾਵੇ ਤਾਂ ਉਸ ਨੂੰ ਅਸਤੀਫਾ ਦੇਣਾ ਪੈਂਦਾ ਹੈ। ਕਦੇ-ਕਦੇ ਮੰਤਰੀ ਪ੍ਰੀਸ਼ਦ ਲੋਕ ਸਭਾ ਦੇ ਸਾਹਮਣੇ ਭਰੋਸੇ ਦਾ ਪ੍ਰਸਤਾਵ ਰੱਖਦੀ ਹੈ ਅਤੇ ਇਸ ਦੇ ਫੈਸਲੇ ਦੇ ਆਧਾਰ ਤੇ ਸਰਕਾਰ ਦੀ ਹੋਂਦ ਨਿਸ਼ਚਿਤ ਹੁੰਦੀ ਹੈ। ਇਸ ਤੋਂ ਬਾਅਦ ਬੱਚਿਓ ਅਵਿਸ਼ਵਾਸ ਜਾਂ ਵਿਸ਼ਵਾਸ ਦੇ ਪ੍ਰਸਤਾਵਾਂ ਤੋਂ ਇਲਾਵਾ ਹੋਰ ਵੀ ਕਈ ਵਿਧੀਆਂ ਹਨ ਜਿਨ੍ਹਾਂ ਦੁਆਰਾ ਸੰਸਦ ਮੰਤਰੀ ਪ੍ਰੀਸ਼ਦ ਨੂੰ ਨਿਯੰਤਰਣ ਵਿੱਚ ਰੱਖਦੀ ਹੈ। ਸੰਸਦ ਦੇ ਮੈਂਬਰ ਮੰਤਰੀਆਂ ਤੋਂ ਪ੍ਰਸ਼ਨ ਪੁੱਛ ਕੇ ਤੱਥਾਂ ਬਾਰੇ ਸਪਸ਼ਟੀਕਰਨ ਮੰਗ ਸਕਦੇ ਹਨ। ਧਿਆਨ ਦਿਵਾਊ ਮਤੇ ਰਾਹੀਂ ਸਰਕਾਰ ਦਾ ਧਿਆਨ ਕਿਸੇ ਜ਼ਰੂਰੀ ਘਟਨਾ ਵੱਲ ਵੀ ਦਿਵਾ ਸਕਦੇ ਹਨ। ਸਧਾਰਨ ਪ੍ਰਸਤਾਵ ਦੁਆਰਾ ਸੰਸਦ ਵਿੱਚ ਬਹਿਸ ਦੌਰਾਨ ਕਿਸੇ ਜਨਤਕ ਮਹਾਨਤਾ ਵਾਲੇ ਵਿਸ਼ੇ ਤੇ
ਬਹਿਸ ਕਰਨ ਲਈ ਮਤਾ ਪੇਸ਼ ਕਰ ਸਕਦੇ ਹਨ। ਨਿੰਦਾ ਮਤੇ ਦੁਆਰਾ ਕਿਸੇ ਇੱਕ ਮੰਤਰੀ ਵਿਰੁੱਧ ਕਿਸੇ ਵਿਸ਼ੇਸ਼ ਕੰਮ ਦੀ ਨਿਖੇਧੀ ਵੀ ਕਰ ਸਕਦੇ ਹਨ ਅਤੇ ਮਤਾ ਪਾਸ ਹੋਣ ਤੇ ਸਮੁੱਚੀ ਪਰਿਸ਼ਦ ਨੂੰ ਤਿਆਗ ਪੱਤਰ ਦੇਣਾ ਪੈਂਦਾ ਹੈ। ਸੋ ਬੱਚਿਓ, ਇੱਥੇ ਵੀ ਇਹੀ ਭਾਵ ਹੈ ਕਿ ਉਹੀ ਸਰਕਾਰ ਟਿਕਾਊ ਹੁੰਦੀ ਹੈ ਜਿਸ ਕੋਲ ਨੰਬਰ ਪੂਰੇ ਹੁੰਦੇ ਹਨ, ਜਿਸ ਕੋਲ ਸੰਸਦਾਂ ਦੀ ਸੰਖਿਆ ਪੂਰੀ ਹੁੰਦੀ ਹੈ। ਇਸ ਤੋਂ ਬਾਅਦ ਬੱਚਿਓ ਅਸੀਂ ਸੰਸਦ ਦੀਆਂ ਵਿੱਤੀ ਸ਼ਕਤੀਆਂ ਦੀ ਗੱਲ ਕਰਦੇ ਹਾਂ। ਸੰਸਦ ਦਾ ਵਿੱਤੀ ਮਾਮਲਿਆਂ ਅਤੇ ਬਜਟ ਤੇ ਪੂਰਾ ਕੰਟਰੋਲ ਹੁੰਦਾ ਹੈ। ਸਰਕਾਰ ਦੇ ਖਰਚੇ ਤੇ ਇਹ ਪੂਰੀ ਨਿਗਰਾਨੀ ਰੱਖਦੀ ਹੈ। ਸਾਰੇ ਨਵੇਂ ਕਰ, ਜਿਨ੍ਹਾਂ ਨੂੰ ਕਿ ਅਸੀਂ ਟੈਕਸ ਕਹਿੰਦੇ ਹਾਂ, ਇਸ ਦੀ ਇੱਛਾ ਅਨੁਸਾਰ ਲਗਾਏ ਜਾਂਦੇ ਹਨ ਅਤੇ ਪੁਰਾਣੇ ਟੈਕਸਿਸ ਨੂੰ ਸੋਧਣ ਜਾਂ ਫਿਰ ਸਮਾਪਤ ਕਰਨ ਦਾ ਜੋ ਕੰਮ ਹੈ ਉਹ ਇਹ ਸੰਸਦ ਹੀ ਕਰ ਸਕਦੀ ਹੈ। ਸੰਸਦ ਦੀ ਮਨਜ਼ੂਰੀ ਤੋਂ ਬਿਨਾਂ ਸਰਕਾਰ ਨਾ ਤਾਂ ਸਰਕਾਰੀ ਖਜ਼ਾਨੇ ਵਿੱਚੋਂ ਧਨ ਕਢਵਾ ਸਕਦੀ ਹੈ ਅਤੇ ਨਾ ਹੀ ਉਸ ਵਿੱਚ ਧਨ ਪਾ ਸਕਦੀ ਹੈ। ਸੰਖੇਪ ਵਿੱਚ ਸੰਸਦ ਦਾ ਰਾਸ਼ਟਰੀ ਧਨ ਉੱਤੇ ਪੂਰਾ ਨਿਯੰਤਰਣ ਹੁੰਦਾ ਹੈ। ਅਤੇ ਬੱਚਿਓ, ਇੱਕ ਅਮਰੀਕਨ ਵਿਦਵਾਨ ਮੈਡੀਸਨ ਨੇ ਕਿਹਾ ਸੀ ਕਿ ਜਿਸ ਪਾਸ ਧਨ ਹੁੰਦਾ ਹੈ ਉਸੇ ਪਾਸ ਹੀ ਸ਼ਕਤੀ ਹੁੰਦੀ ਹੈ। ਸੋ ਇਸ ਆਧਾਰ ਤੇ ਭਾਰਤੀ ਸੰਸਦ ਸ਼ਕਤੀ ਦਾ ਸੋਮਾ ਹੈ, ਕਿਉਂਕਿ ਸਾਰੇ ਵਿੱਤੀ ਮਾਮਲੇ ਜੋ ਹੈ ਉਸ ਉੱਪਰ ਇਸ ਦਾ ਪੂਰਾ ਕੰਟਰੋਲ ਹੁੰਦਾ ਹੈ। ਇਸ ਤੋਂ ਬਾਅਦ ਬੱਚਿਓ ਹੁਣ ਅਸੀਂ ਸੰਸਦ ਦੀਆਂ ਨਿਆਇਕ ਸ਼ਕਤੀਆਂ ਦੀ ਗੱਲ ਕਰਾਂਗੇ। ਭਾਰਤੀ ਸੰਸਦ ਨੂੰ ਹੇਠ ਲਿਖੀਆਂ ਨਿਆਇਕ ਸ਼ਕਤੀਆਂ ਪ੍ਰਾਪਤ ਹਨ। ਕਿਹੜੀਆਂ-ਕਿਹੜੀਆਂ ਹਨ? ਨੰਬਰ 1, ਸੰਸਦ ਦੁਆਰਾ ਰਾਸ਼ਟਰਪਤੀ ਵਿਰੁੱਧ ਨਿਸ਼ਚਿਤ ਨਿਯਮਾਂ ਅਨੁਸਾਰ ਮਹਾਦੋਸ਼ ਦਾ ਮੁਕੱਦਮਾ ਚਲਾ ਕੇ ਉਸ ਨੂੰ ਆਪਣੇ ਅਹੁਦੇ ਤੋਂ ਹਟਾਇਆ ਜਾ ਸਕਦਾ ਹੈ। ਸੋ ਜੇਕਰ ਬਹੁਮਤ ਵਾਲੀ ਸਰਕਾਰ ਨੂੰ ਰਾਸ਼ਟਰਪਤੀ ਜੀ ਨਾ ਪਸੰਦ ਹੋਣ ਜਾਂ ਉਹਨਾਂ ਵਿੱਚ ਕਿਸੇ ਵੀ ਤਰ੍ਹਾਂ ਦਾ ਕੋਈ ਕਮੀ ਹੋਵੇ ਤਾਂ ਉਹਨਾਂ ਵਿੱਚ ਮਹਾਦੋਸ਼ ਦਾ ਮੁਕੱਦਮਾ ਚਲਾ ਕੇ ਉਹਨਾਂ ਨੂੰ ਹਟਾਇਆ ਜਾ ਸਕਦਾ ਹੈ। ਇਸ ਪ੍ਰਕਿਰਿਆ ਦੁਆਰਾ ਇੱਕ ਸਦਨ ਦੋਸ਼ ਲਗਾਉਂਦਾ ਹੈ ਅਤੇ ਦੂਜਾ ਸਦਨ ਛਾਣਬੀਣ ਕਰਕੇ ਲਗਾਏ ਗਏ ਦੋਸ਼ਾਂ ਦੇ ਪੱਖ ਵਿੱਚ 2/3 ਬਹੁਮਤ ਦੇ ਨਾਲ ਮਤਾ ਪਾਸ ਕਰ ਸਕਦਾ ਹੈ। ਇਸ ਤੋਂ ਬਾਅਦ ਬੱਚਿਓ ਨੰਬਰ 2 ਤੇ ਹੈ, ਜੇਕਰ ਸਦਨ ਦੇ ਦੋਵੇਂ ਸਦਨ ਆਪਣੇ ਅਲੱਗ-ਅਲੱਗ ਮਤਿਆਂ ਦੁਆਰਾ ਸੁਪਰੀਮ ਕੋਰਟ ਅਤੇ ਹਾਈ ਕੋਰਟ ਦੇ ਜੱਜਾਂ ਵਿਰੁੱਧ ਦੋਸ਼ ਦੇ ਮਤੇ ਪਾਸ ਕਰ ਦੇਣ ਤਾਂ ਰਾਸ਼ਟਰਪਤੀ ਜੱਜਾਂ ਨੂੰ ਹਟਾਉਣ ਦਾ ਆਦੇਸ਼ ਜਾਰੀ ਕਰਦਾ ਹੈ। ਅਤੇ ਬੱਚਿਓ ਅਖੀਰ ਵਿੱਚ ਜੇਕਰ ਸੰਸਦ ਮੁੱਖ ਚੋਣ ਕਮਿਸ਼ਨਰ, ਅਟਾਰਨੀ ਜਨਰਲ, ਕੰਟਰੋਲਰ ਅਤੇ ਆਡੀਟਰ ਜਨਰਲ ਵਿਰੁੱਧ ਦੋਸ਼ੀ ਹੋਣ ਦਾ ਮਤਾ ਪਾਸ ਕਰ ਦੇਣ ਤਾਂ ਰਾਸ਼ਟਰਪਤੀ ਇਹਨਾਂ ਸੰਬੰਧਿਤ ਅਧਿਕਾਰੀਆਂ ਨੂੰ ਵੀ ਹਟਾ ਸਕਦੇ ਹਨ। ਸੋ ਬੱਚਿਓ, ਅੱਜ ਦੇ ਇਸ ਸੈਸ਼ਨ ਵਿੱਚ ਅਸੀਂ ਲੋਕ ਸਭਾ ਅਤੇ ਰਾਜ ਸਭਾ ਸੰਬੰਧੀ ਕੁਝ ਜਾਣਕਾਰੀਆਂ ਸਾਂਝੀਆਂ ਕੀਤੀਆਂ ਹਨ। ਹੁਣ ਇੱਕ ਛੋਟੀ ਜੀ ਐਕਸਰਸਾਈਜ਼ ਹੈ, ਅਭਿਆਸ ਹੈ, ਜਿਸ ਨੂੰ ਅਸੀਂ ਕਰਾਂਗੇ ਤਾਂ ਕਿ ਸਾਨੂੰ ਪਤਾ ਲੱਗ ਸਕੇ ਕਿ ਹੁਣ ਤੱਕ ਅਸੀਂ ਜੋ ਪੜ੍ਹਿਆ ਹੈ ਅਸੀਂ ਕੀ ਗ੍ਰਹਿਣ ਕੀਤਾ ਹੈ। ਸੋ ਬੱਚਿਓ, ਇਸ ਵਿੱਚ ਪਹਿਲਾ ਕੁਐਸਚਨ ਹੈ ਤੁਹਾਡੇ ਲਈ ਕਿ ਭਾਰਤ ਦੀ ਕੇਂਦਰੀ ਸਰਕਾਰ ਦੇ 3 ਮੁੱਖ ਅੰਗ ਕਿਹੜੇ-ਕਿਹੜੇ ਹਨ? ਸੋ ਬੱਚਿਓ, ਕਿਹੜੇ-ਕਿਹੜੇ ਹਨ? ਵਿਧਾਨ ਪਾਲਿਕਾ, ਜਿਸ ਨੂੰ ਕਿ ਲੋਕ ਸਭਾ ਤੇ ਰਾਜ ਸਭਾ ਵੀ ਕਿਹਾ ਜਾਂਦਾ ਹੈ। ਕਾਰਜਪਾਲਿਕਾ, ਜਿਸ ਵਿੱਚ ਰਾਸ਼ਟਰਪਤੀ, ਪ੍ਰਧਾਨ ਮੰਤਰੀ ਅਤੇ ਮੰਤਰੀ ਪਰਿਸ਼ਦ ਹੁੰਦੇ ਹਨ। ਅਤੇ ਲਾਸਟ ਵਿੱਚ ਬੱਚਿਓ ਨਿਆਂਪਾਲਿਕਾ, ਜਿਸ ਵਿੱਚ ਸੁਪਰੀਮ ਕੋਰਟ ਜੋ ਹੈ ਉਹ ਹੁੰਦਾ ਹੈ। ਇਸ ਤੋਂ ਬਾਅਦ ਬੱਚਿਓ ਭਾਰਤ ਦੀ ਲੋਕ ਸਭਾ ਦੇ ਕੁੱਲ ਕਿੰਨੇ ਮੈਂਬਰ ਹਨ? ਸ਼ਾਬਾਸ਼ ਬੱਚਿਓ, ਕਿੰਨੇ ਮੈਂਬਰ ਹਨ? 545 ਮੈਂਬਰ ਹਨ। ਚਲੋ ਬੱਚਿਓ ਅੱਗੇ ਚੱਲਦੇ ਹਾਂ। ਅੱਗੇ ਦੇਖਦੇ ਹਾਂ ਕਿ ਭਾਰਤੀ ਸੰਸਦ ਦੇ ਕਿੰਨੇ ਸਦਨ ਹਨ। ਸੋ ਅਸੀਂ ਪੜ੍ਹ ਕੇ ਹਟੇ ਹਾਂ, ਭਾਰਤ ਵਿੱਚ 2 ਤਰ੍ਹਾਂ ਦੇ ਸਦਨ ਹਨ, ਇੱਕ ਲੋਕ ਸਭਾ ਅਤੇ ਦੂਸਰਾ ਰਾਜ ਸਭਾ। ਅਤੇ ਅਸੀਂ ਪੜ੍ਹਿਆ ਹੈ ਕਿ ਲੋਕ ਸਭਾ ਨੂੰ ਹੇਠਲਾ ਅਤੇ ਰਾਜ ਸਭਾ ਨੂੰ ਉੱਪਰਲਾ ਸਦਨ ਕਿਹਾ ਜਾਂਦਾ ਹੈ। ਹੁਣ ਬੱਚਿਓ ਨੈਕਸਟ ਕੁਐਸਚਨ ਹੈ ਕਿ ਲੋਕ ਸਭਾ ਦਾ ਕਾਰਜਕਾਲ ਕਿੰਨੇ ਸਮੇਂ ਦਾ ਹੁੰਦਾ ਹੈ? ਸੋ ਲੋਕ ਸਭਾ ਦਾ ਕਾਰਜਕਾਲ 5 ਸਾਲਾਂ ਦਾ ਹੁੰਦਾ ਹੈ। ਚਲੋ ਬੱਚਿਓ ਅਗਲੇ ਕੁਐਸਚਨ ਤੇ ਚੱਲਦੇ ਹਾਂ ਕਿ ਭਾਰਤ ਦੇ ਰਾਸ਼ਟਰਪਤੀ ਦਾ ਨਾਮ ਦੱਸੋ। ਸੋ ਸਾਡੇ ਰਾਸ਼ਟਰਪਤੀ ਜੀ ਦਾ ਨਾਮ ਹੈ ਸ਼੍ਰੀ ਰਾਮਨਾਥ ਕੋਵਿੰਦ। ਸੋ ਬੱਚਿਓ ਨੈਕਸਟ ਕੁਐਸਚਨ ਹੈ ਕਿ ਸ਼੍ਰੀ ਓਮ ਬਿਰਲਾ ਜੀ ਕੌਣ ਹਨ? ਸੋ
ਸੋ ਅਸੀਂ ਦੇਖੀ ਸੀ ਫੋਟੋ ਉਹਨਾਂ ਦੀ, ਲੋਕ ਸਭਾ ਦੇ ਸਪੀਕਰ ਹਨ। ਨੈਕਸਟ ਕੁਐਸਚਨ ਹੈ ਬੱਚਿਓ ਕਿ ਭਾਰਤ ਦੀ ਲੋਕ ਸਭਾ ਦੇ ਮੈਂਬਰ ਬਣਨ ਲਈ ਕੋਈ 2 ਸ਼ਰਤਾਂ ਅਸੀਂ ਦੱਸਣੀਆਂ ਹਨ। ਕਿਹੜੀਆਂ-ਕਿਹੜੀਆਂ? ਨੰਬਰ 1 ਉਹ ਭਾਰਤ ਦਾ ਨਾਗਰਿਕ ਹੋਵੇ ਅਤੇ ਨੰਬਰ 2 ਉਸ ਦੀ ਉਮਰ 25 ਸਾਲ ਜਾਂ 25 ਸਾਲ ਤੋਂ ਵੱਧ ਹੋਵੇ। ਇਹ ਬੱਚਿਓ ਪੰਜਾਬ ਨਾਲ ਸੰਬੰਧਿਤ ਕੁਐਸਚਨ ਹੈ ਕਿ ਪੰਜਾਬ ਵਿੱਚ ਲੋਕ ਸਭਾ ਦੀਆਂ ਕਿੰਨੀਆਂ ਸੀਟਾਂ ਹਨ। ਸੋ ਬੱਚਿਓ ਯਾਦ ਰੱਖਣਾ, ਪੰਜਾਬ ਵਿੱਚ 13 ਸੀਟਾਂ ਹਨ। ਰਾਜ ਸਭਾ ਦੇ ਵੱਧ ਤੋਂ ਵੱਧ ਕਿੰਨੇ ਮੈਂਬਰ ਹੋ ਸਕਦੇ ਹਨ? ਅਸੀਂ ਇਹ ਵੀ ਪੜ੍ਹ ਕੇ ਆਏ ਹਾਂ, ਰਾਜ ਸਭਾ ਦੇ 250 ਮੈਂਬਰ ਹੋ ਸਕਦੇ ਹਨ। ਚਲੋ ਬੱਚਿਓ ਅੱਗੇ ਚੱਲਦੇ ਹਾਂ। ਭਾਰਤ ਦਾ ਰਾਸ਼ਟਰਪਤੀ ਰਾਜ ਸਭਾ ਵਿੱਚ ਵੱਧ ਤੋਂ ਵੱਧ ਕਿੰਨੇ ਮੈਂਬਰ ਆਪਣੇ ਤੌਰ ਤੇ ਨਾਮਜ਼ਦ ਕਰ ਸਕਦਾ ਹੈ? ਸੋ ਬੱਚਿਓ ਅਸੀਂ ਪੜ੍ਹਿਆ ਸੀ ਕਿ ਉਹ ਮੈਂਬਰ ਜਿਨ੍ਹਾਂ ਦਾ ਸਾਹਿਤ ਵਿੱਚ ਜਾਂ ਹੋਰ ਵੱਖ-ਵੱਖ ਕੰਮਾਂ ਦੇ ਵਿੱਚ ਯੋਗਦਾਨ ਹੁੰਦਾ ਹੈ ਉਹ ਉਹਨਾਂ ਨੂੰ ਨਾਮਜ਼ਦ ਕਰ ਸਕਦਾ ਹੈ। ਸੋ ਇਹ ਗਿਣਤੀ ਬੱਚਿਓ 12 ਹੈ। 12 ਮੈਂਬਰ ਉਹ ਨਾਮਜ਼ਦ ਕਰ ਸਕਦੇ ਹਨ। ਇਸ ਤੋਂ ਬਾਅਦ ਬੱਚਿਓ ਨੈਕਸਟ ਕੁਐਸਚਨ ਹੈ ਕਿ ਰਾਜ ਸਭਾ ਦਾ ਚੇਅਰਮੈਨ ਕੌਣ ਹੁੰਦਾ ਹੈ? ਸੋ ਅਸੀਂ ਇਹ ਵੀ ਪੜ੍ਹਿਆ ਸੀ, ਭਾਰਤ ਦਾ ਉਪ ਰਾਸ਼ਟਰਪਤੀ ਰਾਜ ਸਭਾ ਦਾ ਚੇਅਰਮੈਨ ਹੁੰਦਾ ਹੈ। ਸੋ ਬੱਚਿਓ ਸਮਾਂ ਹੁਣ ਅੱਗੇ ਵਧਣ ਦੀ ਇਜਾਜ਼ਤ ਨਹੀਂ ਦਿੰਦਾ, ਸੋ ਮੈਂ ਆਪਣੀ ਬਾਣੀ ਨੂੰ ਵਿਰਾਮ ਦੇ ਕੇ ਆਪ ਦਾ ਇੱਥੇ ਹੀ ਧੰਨਵਾਦ ਕਰਦਾ ਹਾਂ। ਥੈਂਕ ਯੂ ਬੱਚਿਓ, ਗੁੱਡ ਲੱਕ ਬੱਚਿਓ, ਟੇਕ ਕੇਅਰ ਬੱਚਿਓ।